संतां के कारज आप खलोया, संतां के कारज हर कम करावण आया राम। वाहिगुरु जी का खालसा, श्री वाहिगुरु जी की फतेह। कीता लोड़े सो करे, तुझ बिन कछ नाही। ਸਿਦਕਵਾਨ ਕੋਈ ਸੈਂਕੜੇ ਹਜ਼ਾਰਾਂ ਵਿੱਚੋਂ ਇੱਕ ਹੀ ਹੁੰਦਾ ਹੈ। ਇੱਕ ਸਿਦਕਵਾਨ ਦੇ ਸਦਕੇ ਸਭ ਤਰਦੇ ਹਨ। ਜਿਵੇਂ ਕਿਸੇ ਸਿਆਣੇ ਦਾ ਕਥਨ ਹੈ, ਬੂਹਾ ਸਿਦਕ ਦਾ ਸੂਈ ਦੇ ਨੱਕ ਵਰਗਾ, ਲੰਘ ਕੇ ਕੋਈ ਪ੍ਰਵਾਨ ਹੋਵੇ। ਮਹਾਰਾਣੀ ਦਲੀਪ ਕੌਰ ਪਟਿਆਲੇ ਵਾਲੀ ਬਾਬਾ ਜੀ ਦੇ ਦਰਸ਼ਨ ਕਰਨ ਆਈ। ਇਸ ਸਮੇਂ ਬਹੁਤ ਘਬਰਾਈ ਹੋਈ ਸੀ ਅਤੇ ਰੋ ਕੇ ਬੇਨਤੀ ਕਰਨ ਲੱਗੀ, ਗਰੀਬ ਨਵਾਜ਼ ਰੱਖਿਆ ਕਰੋ, ਸਭ ਕੁਝ ਖਤਮ ਹੋ ਰਿਹਾ ਹੈ, ਤੁਹਾਡੇ ਰੱਖਣ ਦੇ ਹਾਂ। ਹੋਰ ਕਈ ਬੇਨਤੀਆਂ ਬੈਠਣ ਤੋਂ ਪਹਿਲਾਂ ਹੀ ਕਰ ਗਈ। ਬਾਬਾ ਜੀ ਨੇ ਬਚਨ ਕੀਤਾ, ਬੀਬੀ ਸਾਰੀ ਗੱਲ ਸਮਝ ਗਏ ਹਾਂ, ਹੁਣ ਤੂੰ ਬੈਠ ਜਾ। ਸੇਵਾਦਾਰ ਨੂੰ ਹੁਕਮ ਹੋਇਆ, ਬੀਬੀ ਨੂੰ ਇੱਕ ਬੋਰੀ ਉੱਤੇ ਬਿਠਾਓ। ਬੈਠ ਜਾਣ ਉਪਰੰਤ ਵੀ ਰੋਣਾ ਨਹੀਂ ਰੁਕਿਆ। ਕੁਝ ਸਮਾਂ ਦਵੱਲੀ ਚੁੱਪ ਛਾਈ ਰਹੀ। ਫਿਰ ਬਚਨ ਕੀਤਾ, ਸਾਡਾ ਤਾਂ ਤੇਰੇ ਪਤੀ ਨੇ ਇੱਕ ਵੀ ਬਚਨ ਨਹੀਂ ਮੰਨਿਆ। ਜੇ ਮੰਨ ਲੈਂਦਾ ਤਾਂ ਨਵੀਂ ਬਿਪਤਾ ਨਾ ਪੈਂਦੀ। ਉਸ ਸਮੇਂ ਲੰਗਰ ਵਰਤ ਰਿਹਾ ਸੀ। ਹੁਕਮ ਕੀਤਾ, ਲੰਗਰ ਵਿੱਚ ਜਾਓ, ਕੁਝ ਅੰਨ ਪਾਨ ਕਰੋ। ਪਰੰਤੂ ਰਾਣੀ ਨਹੀਂ ਉੱਠੀ। ਫਿਰ ਹੁਕਮ ਕੀਤਾ, ਜੇ ਬਹੁਤੀ ਕਾਹਲੀ ਹੈ ਤਾਂ ਬੋਰੀ ਦੇ ਹੇਠੋਂ ਸਭ ਕੁਛ ਚੁੱਕ ਲੈ। ਮਹਾਰਾਣੀ ਨੇ ਬੋਰੀ ਚੁੱਕੀ। ਉਸ ਸਮੇਂ ਬੋਰੀ ਦੇ ਥੱਲਿਓਂ ਇੱਕ ਕੋਰਾ ਕਾਗਜ਼ ਮਿਲਿਆ, ਜਿਸ ਨੂੰ ਵੇਖਣ ਸਾਰ ਹੀ ਮਹਾਰਾਣੀ ਦੀ ਗਮੀ ਖੁਸ਼ੀ ਵਿੱਚ ਬਦਲ ਗਈ ਤੇ ਹਜ਼ੂਰ ਨੇ ਹੱਸ ਕੇ ਬਚਨ ਕੀਤਾ, ਬੀਬੀ ਸਿਆਣ ਲੈ, ਤੇਰੇ ਪਤੀ ਦੀ ਲਿਖਤ ਵਾਲਾ ਕਾਗਜ਼ ਹੀ ਹੈ। ਮਹਾਰਾਣੀ ਨੇ ਹੱਥ ਜੋੜ ਕੇ ਬੇਨਤੀ ਕੀਤੀ, ਜੀ ਸਿਆਣ ਲਿਆ ਹੈ। ਫਿਰ ਬਾਬਾ ਜੀ ਨੇ ਹੱਸ ਕੇ ਬਚਨ ਕੀਤਾ, ਹੁਣ ਜਾ ਕੇ ਲੰਗਰ ਵਿੱਚੋਂ ਅੰਨ ਪਾਨ ਕਰੋ, ਫਿਰ ਆਗਿਆ ਹੈ, ਸ਼ੁੱਧ ਹੈ। ਉਪਰੰਤ ਭਜਨ ਸਿੰਘ ਮਹਿਰਾ ਸਿੱਖ ਤੇ ਹੋਰ ਸੇਵਕ ਹਾਜ਼ਰ ਸਨ। ਉਹਨਾਂ ਨੇ ਅਸਲੀਅਤ ਜਾਣਨ ਵਾਸਤੇ ਬੇਨਤੀ ਕੀਤੀ। ਉਪਰੰਤ ਹੁਕਮ ਕੀਤਾ, ਭਜਨਿਆਂ ਵਿਭਚਾਰੀ ਬੰਦਿਆਂ ਨਾਲ ਇਹੋ ਕੁਝ ਹੀ ਹੁੰਦਾ ਹੈ। ਜੇ ਅੱਜ ਮੌਕਾ ਨਾ ਸੰਭਾਲਦੇ, ਰਿਆਸਤ ਭਾਲੀ ਨਹੀਂ ਸੀ ਥਿਆਉਣੀ। ਪਹਿਲਾਂ ਵੀ ਬਚਨ ਕਰਦੇ ਸਨ, ਅੱਜ ਫੇਰ ਕੀਤਾ। ਪੱਟ ਪਊ ਪਟਿਆਲਾ, ਨਾਭਾ ਧਾਹਾਂ ਮਾਰੂਗਾ। ਹੋਇਆ ਇਹ ਸੀ ਕਿ ਮਹਾਰਾਜੇ ਦੇ ਸ਼ਰਾਬੀ ਹਾਲਤ ਵਿੱਚ ਕਿਸੇ ਨੇ ਢੰਗ ਨਾਲ ਕੋਰੇ ਕਾਗਜ਼ ਉੱਤੇ ਦਸਤਖਤ ਕਰਵਾ ਲਏ ਸਨ। ਦਸਮ ਪਾਤਸ਼ਾਹ ਦਾ ਬਚਨ ਹੈ, ਮਦ ਕਰ ਮਤ ਭਏ ਜੇ ਰਾਜਾ, ਤਿਨਕੇ ਗਏ ਐਸ ਹੀ ਕਾਜਾ। ਇਹ ਪ੍ਰਸੰਗ
ਵੱਡੇ ਝੰਡਾ ਸਿੰਘ ਸੀਮਾ ਨਿਵਾਸੀ ਤੋਂ ਮਿਲਿਆ। ਆਪ ਉਪਾਵਨ ਆਪ ਸਦਰਨਾ, ਆਪ ਕਰਾਵਨ ਦੋਸ ਨਾ ਲੈਣਾ। ਅਭੇਦਤਾ ਦਾ ਅਰਥ ਹੈ ਇੱਕ ਰੂਪ, ਜਿਵੇਂ ਗੁਰਵਾਕ ਹੈ ਸਰਗੁਣ ਨਿਰਗੁਣ ਨਿਰੰਕਾਰ। ਸੁਨ ਸਮਾਧੀ ਆਪ, ਆਪਨ ਕੀਆ ਨਾਨਕਾ, ਆਪੇ ਹੀ ਫਿਰ ਜਾਪ। ਗੌੜੀ ਸੁਖਮਣੀ ਮਹੱਲਾ ਪੰਜਵਾਂ। ਆਪੇ ਸੂਖਮ ਆਪੇ ਅਸਤੂਲਾ, ਲਖੀ ਨ ਜਾਈ ਨਾਨਕ ਲੀਲਾ। ਗੌੜੀ 52 ਅੱਖਰੀ ਮਹੱਲਾ ਪੰਜਵਾਂ। ਦੁਪਹਿਰ ਦਾ ਸਮਾਂ ਸੀ। ਆਪ ਜਿਵੇਂ ਕਿ ਅੱਗੇ ਵੀ ਬੈਠਦੇ ਸਨ, ਅਚਾਨਕ ਹੀ ਇੱਕ ਪਾਸੇ ਆਪਣੇ ਆਸਣ ਉੱਤੇ ਹੀ ਬੈਠੇ ਬੈਠੇ ਡਿੱਗ ਪਏ। ਸਭ ਸੇਵਕ ਉਸ ਸਮੇਂ ਹਾਜ਼ਰ ਸਨ। ਫੇਰ ਉੱਠੇ ਤੇ ਬਚਨ ਕੀਤਾ, ਬਾਲਿਆ ਬਾਟੀ ਲਿਆ। ਸੰਤ ਨਰੈਣ ਸਿੰਘ ਜੀ ਨੇ ਪਿੱਤਲ ਦੀ ਬਾਟੀ ਅੱਗੇ ਕਰ ਦਿੱਤੀ। ਫਿਰ ਬਚਨ ਕੀਤਾ, ਮੂੰਹ ਅੱਗੇ ਕਰੋ। ਮੁੱਖ ਅੱਗੇ ਕਰਨ ਉਪਰੰਤ ਉਸ ਵਿੱਚ ਥੁੱਕਿਆ ਜਿਸ ਵਿੱਚ ਖੂਨ ਸੀ। ਹੁਕਮ ਹੋਇਆ, ਵੇਖੋ ਕੀ ਹੈ। ਬੇਨਤੀ ਕੀਤੀ, ਜੀ ਵਿੱਚ ਖੂਨ ਹੈ। ਫਿਰ ਹੁਕਮ ਹੋਇਆ, ਚੰਗੀ ਤਰ੍ਹਾਂ ਵੇਖੋ। ਫਿਰ ਵੇਖਿਆ ਤਾਂ ਬੇਨਤੀ ਕੀਤੀ, ਗਰੀਬ ਨਵਾਜ਼ ਵਿੱਚ ਨਿੱਕੇ ਨਿੱਕੇ ਕੁਤਰੇ ਹੋਏ ਕਾਗਜ਼ ਦੇ ਟੁਕੜੇ ਹਨ। ਬਚਨ ਕੀਤਾ, ਮਹਾਂਪੁਰਖਾਂ ਦੇ ਨਗਰ ਵਿੱਚ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਸੇ ਦੁਸ਼ਟ ਨੇ ਬੇਅਦਬੀ ਕੀਤੀ ਹੈ। ਉਪਰੰਤ ਜਿਸ ਤਰ੍ਹਾਂ ਸਨ ਉਸੇ ਤਰ੍ਹਾਂ ਬਿਰਾਜ ਗਏ ਜਾਂ ਡਿੱਗ ਪਏ। ਸੰਗਤ ਵਿੱਚ ਸਨਾਟਾ ਜਿਹਾ ਛਾ ਗਿਆ। ਚੁੱਪ ਵਰਤ ਗਈ। ਕਿਛ ਨਾ ਬੂਝੇ ਕਿਸ ਨਾ ਸੀਝੇ। ਵੱਡਾ ਸਾਂਗ ਵਰਤਿਆ ਲੱਖ ਨਾ ਸਕੇ ਕੁਦਰਤ ਕੋਈ। ਵਾਲਾ ਬਚਨ ਹੋ ਨਿਬੜਿਆ। ਇੱਕ ਦੂਜੇ ਦੇ ਮੂੰਹ ਵੱਲ ਤੱਕਣ ਲੱਗ ਪਏ। ਮਾਤਾ ਪਿਤਾ ਵੀ ਉਸ ਸਮੇਂ ਹਾਜ਼ਰ ਹੀ ਸਨ। ਹੋਰ ਤਾਂ ਕੁਝ ਕਿਸੇ ਨੂੰ ਨਾ ਸੁੱਝਿਆ। ਮੁਨਸ਼ੀ ਹਰਦੇਵ ਸਿੰਘ ਨੂੰ ਸਭ ਨੇ ਕਿਹਾ ਕਿ ਰਿਖੀ ਜੀ ਇਸ ਸਮੇਂ ਮਾਝੇ ਵਿੱਚ ਹਨ, ਤੁਸੀਂ ਉੱਥੇ ਪਹੁੰਚ ਜਾਓ, ਕਿਉਂਕਿ ਬਾਬਾ ਆਨੰਦ ਸਿੰਘ ਜੀ ਆਗਿਆ ਲੈਣ ਸਮੇਂ ਜਿਸ ਪਾਸੇ ਨੂੰ ਜਾਣਾ ਹੁੰਦਾ ਸੀ ਦੱਸ ਕੇ ਆਗਿਆ ਲੈਂਦੇ ਅਤੇ ਜਾਂਦੇ ਸਨ। ਉਸ ਸੇਧ ਅਨੁਸਾਰ ਮੁਨਸ਼ੀ ਜੀ ਤੁਰ ਪਏ। ਬਾਬਾ ਆਨੰਦ ਸਿੰਘ ਜੀ ਮਾਝੇ ਪੱਤੋ ਮੰਡੀ ਅਤੇ ਝਲਾਰਾਂ ਦੇ ਵਿਚਕਾਰ ਆਸਣ ਵਾਲੀ ਜਗ੍ਹਾ ਉੱਤੇ ਸਨ। ਠੀਕ ਉਸੇ ਦਿਨ ਅੰਮ੍ਰਿਤ ਵੇਲੇ ਦੇ ਸਮੇਂ ਉਪਰੰਤ ਬਾਬਾ ਆਨੰਦ ਸਿੰਘ ਜੀ ਨੇ ਹਜ਼ੂਰੀ ਸੇਵਕ ਕਰਤਾਰ ਸਿੰਘ ਔਲਖ ਨੰਬਰਦਾਰ ਨੂੰ ਸੱਦ ਕੇ ਬਚਨ ਕੀਤਾ ਕਿ ਅੱਜ ਨਿਤਨੇਮ ਵਿੱਚ ਮਨ ਨਹੀਂ ਲੱਗਿਆ। ਜੇ ਕੋਈ ਬੰਦਾ ਬਾਹਰੋਂ ਆਵੇ ਤਾਂ ਛੇਤੀ ਖਬਰ ਕਰੀ। ਪਿਛਲੇ ਪਹਿਰ ਦੇ ਅਖੀਰ ਤੱਕ ਮੁਨਸ਼ੀ ਹਰਦੇਵ ਸਿੰਘ ਜੀ ਅੱਪੜ ਗਏ।
ਹਜ਼ੂਰੀ ਸੇਵਕ ਨੇ ਹੁਕਮ ਅਨੁਸਾਰ ਅੰਦਰ ਖਬਰ ਕਰ ਦਿੱਤੀ ਅਤੇ ਕਿਹਾ, ਜੀ ਉਹ ਬਹੁਤ ਘਬਰਾਇਆ ਅਤੇ ਕਾਹਲੀ ਕਰ ਰਿਹਾ ਹੈ। ਬਾਬਾ ਆਨੰਦ ਸਿੰਘ ਜੀ ਨੇ ਹੁਕਮ ਕੀਤਾ, ਲੈ ਆਓ। ਇਸ ਸਮੇਂ ਹਜ਼ੂਰੀ ਸੇਵਕ ਦੇ ਪਿੱਛੇ ਪਿੱਛੇ ਹੀ ਬਾਬਾ ਆਨੰਦ ਸਿੰਘ ਜੀ ਵੀ ਬਾਹਰ ਹੀ ਪਹੁੰਚ ਗਏ। ਇਹ ਇੱਕ ਆਪਣੇ ਮੁਰਸ਼ਿਦ ਪਾਸੋਂ ਆਏ ਸੇਵਕ ਦਾ ਸਤਿਕਾਰ ਜਨਾਉਣ ਦਾ ਰਮਜ ਭਰਿਆ ਬਾ-ਅਦਬ ਸਤਿਕਾਰ ਸੀ। ਇਹ ਮਿਸਾਲਾਂ ਕਲੇਰਾਂ ਵਾਲੇ ਸ੍ਰੀ ਬਾਬਾ ਆਨੰਦ ਸਿੰਘ ਜੀ ਨੇ ਹੀ ਕਾਇਮ ਕੀਤੀਆਂ। ਬੈਠ ਕੇ ਮੱਥਾ ਟੇਕਣ ਦਾ ਸਮਾਂ ਹੀ ਨਹੀਂ ਦਿੱਤਾ। ਕੁਝ ਥੋੜ੍ਹਾ ਜਿਹਾ ਅੱਗੇ ਮੁਨਸ਼ੀ ਜੀ ਵੀ ਪਹੁੰਚ ਗਏ, ਪਰੰਤੂ ਮੁਨਸ਼ੀ ਜੀ ਕੁਝ ਬੋਲਣਾ ਚਾਹੁੰਦੇ ਹੋਏ ਵੀ ਬੋਲ ਨਾ ਸਕੇ। ਅੱਖਾਂ ਵਿੱਚੋਂ ਅੱਥਰੂ ਵਗ ਰਹੇ ਸਨ। ਕੰਠ ਰੁਕਿਆ ਹੋਇਆ ਸੀ। ਥੋੜ੍ਹੇ ਅੱਖਰਾਂ ਵਿੱਚ ਬੜੀ ਮੁਸ਼ਕਿਲ ਨਾਲ ਮੁਨਸ਼ੀ ਜੀ ਨੇ ਵਾਰਤਾ ਦੱਸੀ। ਸੁਣਨ ਉਪਰੰਤ ਬਾਬਾ ਆਨੰਦ ਸਿੰਘ ਜੀ ਨੇ ਬਚਨ ਕੀਤਾ, ਤੁਸੀਂ ਹੌਸਲਾ ਕਰੋ, ਡਰੋ ਨਾ, ਅਜੇ ਉਹ ਸਮਾਂ ਨਹੀਂ ਆਇਆ। ਜਲ ਪਾਣੀ ਵਰਤੋ, ਤੁਸੀਂ ਸੰਗਤ ਨੂੰ ਹੌਸਲਾ ਦਿਓ। ਅਸੀਂ ਵੀ ਤੁਹਾਡੇ ਪਿੱਛੇ ਹੀ ਆ ਰਹੇ ਹਾਂ। ਉਪਰੰਤ ਮੁਨਸ਼ੀ ਜੀ ਜਲ ਪਾਣੀ ਵਰਤ ਕੇ ਪਿਛਲੇ ਪੈਰੀਂ ਚੱਲ ਪਏ ਅਤੇ ਕੁਝ ਸੰਗੀਆਂ, ਜਿਨ੍ਹਾਂ ਦੇ ਨਾਵਾਂ ਦਾ ਪਤਾ ਨਹੀਂ ਲੱਗ ਸਕਿਆ, ਸਮੇਤ ਬਾਬਾ ਜੀ ਕਲੇਰਾਂ ਵਾਲੇ ਵੀ ਪਹੁੰਚ ਗਏ। ਉਸ ਸਮੇਂ ਤੱਕ ਮੁਨਸ਼ੀ ਹਰਦਿੱਤ ਸਿੰਘ ਜੀ ਜਿਸ ਹਾਲਤ ਵਿੱਚ ਹਜ਼ੂਰ ਨੂੰ ਛੱਡ ਕੇ ਗਏ ਸਨ, ਉਸੇ ਤਰ੍ਹਾਂ ਹੀ ਟਿਕੇ ਹੋਏ ਸਨ। ਬਾਬਾ ਆਨੰਦ ਸਿੰਘ ਜੀ ਨੇ ਆਪਣੇ ਹਸਤ ਕਮਲਾਂ ਨਾਲ ਸੇਵਾ ਆਦਿਕ ਕਰਾ ਕੇ ਸਾਵਧਾਨਤਾ ਵਿੱਚ ਲਿਆਂਦੇ ਅਤੇ ਪਿਛਲੇ ਬਚਨ ਹੀ ਦੁਹਰਾਏ। ਮਹਾਂਪੁਰਖੋ, ਤੁਹਾਡੇ ਜਨਮ ਨਗਰ ਵਿੱਚ ਕਿਸੇ ਦੁਸ਼ਟ ਨੇ ਸਤਿਗੁਰ ਦੀ ਬੇਅਦਬੀ ਕੀਤੀ ਹੈ। ਇਹ ਸਤਿਗੁਰ ਦਾ ਸਰੂਪ ਜਿਸ ਸਮੇਂ ਦਾਸ ਨੇ ਦਰਸ਼ਨ ਕੀਤੇ ਸਨ, ਇੱਥੇ ਪਹਿਲਾਂ ਡੇਰਾ ਹੁੰਦਾ ਸੀ, ਉੱਥੇ ਗੁਰਦੁਆਰੇ ਵਿੱਚ ਹੈ ਸੀ। ਜਿਲਦ ਟੁੱਟੀ ਸੀ। ਅਗਲੇ ਹਿੱਸੇ ਵਿੱਚ ਕਿਸੇ ਸ਼ਸਤਰ ਨਾਲ ਬੇਅਦਬੀ ਦੇ ਨਿਸ਼ਾਨ ਕਾਇਮ ਸਨ। ਬਾਬਾ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਇੱਕਮਿਕ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ 10 ਪਾਤਸ਼ਾਹੀਆਂ ਦੀ ਸੇਵਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ 10 ਪਾਤਸ਼ਾਹੀਆਂ ਦਾ ਸਤਿਕਾਰ ਹੈ। ਕੋਈ ਕਰਕੇ ਵੇਖ ਲਵੇ, ਜੋ ਕਰੇਗਾ ਇਸ ਆਨੰਦ ਨੂੰ ਉਹੀ ਜਾਣਦਾ ਹੈ। ਸਭ ਮਹਾਂਪੁਰਖਾਂ ਦੀ ਭਗਤਾਂ ਦੀ ਸੇਵਾ ਦਾ ਫਲ ਵੀ ਇਹਨਾਂ ਦੀ ਸੇਵਾ ਕਰਨ ਕਰਕੇ ਮਿਲਦਾ ਹੈ। ਭਾਵ ਕਿ ਜੋ ਇਹਨਾਂ ਦੀ ਸੇਵਾ ਕਰਦਾ ਹੈ, ਸਭ ਦੀ ਸੇਵਾ ਕਰਦਾ ਹੈ। ਤਿਸ ਗੁਰ ਕੋ
ਸ਼ਾਦਨ ਭੋਜਨ ਪਾਟ। ਪਟੰਬਰ ਬਹੁ ਬਿਦ ਸਤ ਕਰ ਮੁਖ। ਸੰਚੋ ਤਿਸ ਪੁੰਨ ਕੀ ਫਿਰ ਤੋਟ ਨ ਆਵੇ। ਸਤਿਗੁਰ ਦਿਓ ਪ੍ਰਤੱਖ ਹਰ। ਮੂਰਤ ਜੋ ਅੰਮ੍ਰਿਤ ਬਚਨ ਸੁਣਾਵੇ। ਧੰਨ ਹਨ ਉਹ ਸੇਵਕ ਜੋ ਅਨੇਕਾਂ ਸਰੀਰਕ ਦੁੱਖਾਂ ਦੇ ਹੋਣ ਸਮੇਂ ਵੀ ਸੇਵਾ ਵੱਲੋਂ ਮੁੱਖ ਨਹੀਂ ਮੋੜ ਰਹੇ। ਰਤੇ ਸੇਈ ਜੇ ਮੁੱਖ ਨਾ ਮੋੜਨ। ਜਿਨ ਸਿਆਤਾ ਸਾਈਂ ਝੜ ਝੜ ਪਾਉਂਦੇ ਕੱਚੇ ਬਿਰਹੀ। ਜਿਨ੍ਹਾਂ ਕਾਰ ਨ ਆਈ। ਫਿਰ ਸੰਗਤ ਨੇ ਬੇਨਤੀ ਕੀਤੀ, ਰਿਹੀ ਜੀ ਮਹਾਰਾਜ ਨੇ ਦੁੱਧ ਵੀ ਨਹੀਂ ਛਕਿਆ। ਉਪਰੰਤ ਬਾਬਾ ਆਨੰਦ ਸਿੰਘ ਜੀ ਦੇ ਬੇਨਤੀ ਕਰਨ 'ਤੇ ਦੁੱਧ ਵੀ ਛਕ ਲਿਆ। ਜਿਨ੍ਹਾਂ ਸੇਵਕਾਂ ਨੂੰ ਅੱਗੇ ਸੀਤ ਪ੍ਰਸ਼ਾਦ ਮਿਲਦਾ ਸੀ ਤੇ ਬਾਬਾ ਆਨੰਦ ਸਿੰਘ ਜੀ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਸੀਤ ਪ੍ਰਸ਼ਾਦ ਦਾਸ ਨੂੰ ਵੀ ਬਖਸ਼ੋ। ਤੇ ਪੁੱਛੋ ਵਾਲੇ ਮਹਾਰਾਜ ਨੇ ਬਚਨ ਕੀਤਾ, ਹਰੇ ਹਰੇ ਮਹਾਂਪੁਰਖੋ ਇਹ ਤਾਂ ਸਾਡੇ ਸੇਵਕਾਂ ਵਾਸਤੇ ਹੈ ਅਤੇ ਤੁਹਾਡੇ ਹਿਰਦੇ ਉੱਤੇ ਤਾਂ ਗੁਰੂ ਨਾਨਕ ਬਿਰਾਜ ਰਿਹਾ ਹੈ। ਕਿਵੇਂ ਦਈਏ। ਇਸ ਤੋਂ ਉਪਰੰਤ ਬਾਬਾ ਜੀ ਹੁਕਮ ਅਨੁਸਾਰ ਮਾਝੇ ਦੇ ਇਲਾਕੇ ਦੀ ਤਰਫ ਨੂੰ ਹੀ ਚਲੇ ਗਏ। ਇਸ ਦੇ ਨਾਲ ਸੰਬੰਧਿਤ ਇੱਕ ਪ੍ਰਸੰਗ ਜੋ ਨਾਨਕਸਰ ਵਿੱਚ ਬਾਬਾ ਆਨੰਦ ਸਿੰਘ ਜੀ ਦੇ ਸਮੇਂ ਵਾਪਰਿਆ, ਉਹ ਵੀ ਇਸ ਦੇ ਨਾਲ ਹੀ ਦਰਜ ਹੈ। ਸੁਣੋ। ਨਾਨਕਸਰ ਪੁਰਾਣੇ ਠਾਠ ਵਿੱਚ ਇੱਕ ਤਲਾਈ ਹੁੰਦੀ ਸੀ ਤੇ ਹੁਣ ਵੀ ਹੈ। ਇੱਥੇ ਸੁਬਾਹ ਸ਼ਾਮ ਦੀਵਾਨ ਸਜਦਾ ਹੁੰਦਾ ਸੀ। ਗਰਮੀ ਦੀ ਰੁੱਤੇ ਇਸ ਤਲਾਈ ਵਿੱਚ ਅੱਧੇ ਅੱਧੇ 2 ਪਲੰਗ ਤਲਾਈ ਵਿੱਚ ਕਰਕੇ ਉੱਪਰ ਮੱਛਰਦਾਨੀਆਂ ਲਾ ਕੇ ਇੱਕ ਵੱਡੇ ਸਤਿਗੁਰ ਦਾ ਸਰੂਪ, ਜਿਸ ਦੀ ਸੇਵਾ ਸੰਤ ਬਾਬਾ ਹਰਭਜਨ ਸਿੰਘ ਜੀ ਕਰ ਰਹੇ ਹਨ, ਦੂਜਾ ਸਤਿਗੁਰ ਦਾ ਛੋਟਾ ਸਰੂਪ, ਦੋਨੋਂ ਹੀ ਪਲੰਘਾਂ ਉੱਤੇ ਬਿਰਾਜਮਾਨ ਸਨ। ਅੰਮ੍ਰਿਤ ਵੇਲੇ ਜਿਸ ਸਮੇਂ ਸੇਵਾਦਾਰ ਸਤਿਗੁਰ ਜੀ ਦੀ ਸੇਵਾ ਵਿੱਚ ਪ੍ਰਕਾਸ਼ ਕਰਨ ਲਈ ਪਹੁੰਚਿਆ, ਉਸ ਸਮੇਂ ਰੁਮਾਲੇ ਗਿੱਲੇ ਹੋਏ ਸਨ, ਪਰੰਤੂ ਮੱਛਰਦਾਨੀ ਸੁੱਕੀ ਸੀ। ਹੈਰਾਨੀ ਤੇ ਡਰ ਦੋਨੋਂ ਇਕੱਠੇ ਹੋ ਗਏ। ਫਿਰ ਤਲਾਈ ਵਿਚਲਾ ਫੁਹਾਰ ਵੇਖਿਆ, ਉਹ ਵੀ ਰੋਜ਼ ਦੀ ਤਰ੍ਹਾਂ ਬੰਦ ਸੀ। ਰੁਮਾਲਿਆਂ ਵਿੱਚੋਂ ਸੈਲਾਬ ਨਾਲ ਗੁਰੂ ਸਾਹਿਬ ਦੇ ਪੱਤਰਿਆਂ ਦਾ ਰੰਗ ਸਿੱਲ ਨਾਲ ਰੁਮਾਲਿਆਂ ਨੂੰ ਲੱਗਾ ਹੋਇਆ ਸੀ। ਉਸੇ ਵਕਤ ਹੀ ਸੁੱਕੇ ਰੁਮਾਲੇ ਲੈ ਕੇ ਗੁਰੂ ਸਾਹਿਬ ਪ੍ਰਕਾਸ਼ ਕੀਤੇ। ਫਿਰ ਬਾਬਾ ਆਨੰਦ ਸਿੰਘ ਜੀ ਪਾਸ ਬੇਨਤੀ ਕਰਕੇ ਪੁੱਛਿਆ ਕਿ ਜੀ ਇਹ ਕੀ ਕਾਰਨ ਸੀ। ਫਿਰ ਹਜ਼ੂਰ ਨੇ ਦੱਸਿਆ ਕਿ ਅਸੀਂ ਤੜਕੇ ਸਤਿਗੁਰ ਦਾ ਇਸ਼ਨਾਨ ਕਰਾ ਰਹੇ ਸੀ। ਧਿਆਨ ਵਿੱਚ
ਗੁਰੂ ਗ੍ਰੰਥ ਸਾਹਿਬ ਜੀ ਆ ਗਏ। ਇਹ ਉਹ ਪਾਣੀ ਇੱਥੇ ਪਿਆ ਹੈ, ਤੁਸੀਂ ਫਿਕਰ ਨਾ ਕਰੋ, ਤਕੜੇ ਹੋ ਕੇ ਸੇਵਾ ਕਰੋ। ਗੁਰਵਾਕ ਹੈ, ਅੰਤਰ ਪੂਜਾ ਮਨ ਤੇ ਹੋਏ, ਏਕੋ ਵੇਖੇ ਔਰ ਨ ਕੋਏ। ਇਹ ਰੁਮਾਲੇ ਬੜੀ ਦੇਰ ਸੰਭਾਲ ਕੇ ਰੱਖੇ ਸਨ। ਨਾਨਕਸਰ ਐਸੇ ਅਮੋਲਕ ਪ੍ਰਸੰਗ ਹੀ ਸਿੱਧਕ ਕਾਇਮ ਰੱਖਣ ਵਿੱਚ ਸਹਾਇਕ ਹੋਏ ਤੇ ਹੋ ਰਹੇ ਸਨ। ਧੰਨ ਗੁਰੂ ਨਾਨਕ, ਧੰਨ ਗੁਰੂ ਗ੍ਰੰਥ ਸਾਹਿਬ ਜੀ, ਧੰਨ ਗੁਰੂ ਨਾਨਕ, ਧੰਨ ਸ਼੍ਰੀ ਬਾਬਾ ਮਹਾਂ ਹਰਨਾਮ ਸਿੰਘ ਜੀ ਅਤੇ ਧੰਨ ਬਾਬਾ ਆਨੰਦ ਸਿੰਘ ਜੀ, ਜਿਨ੍ਹਾਂ ਨੇ ਦਸਮ ਗੁਰੂ ਜੀ ਦੇ ਬਚਨ ਪ੍ਰਤੱਖ ਕਰਕੇ ਦਿਖਾਏ। ਤੀਸਰੇ ਰੂਪ ਸਿੱਖ ਹੈ ਮੋਰ, ਗੁਰਬਾਣੀ ਰਟ ਹੈ ਨਿਸਭੋਰ। ਆਤਮ ਰਸ ਜੇ ਜਾਨਹਿ, ਸੋ ਹੈ ਖਾਲਸਾ ਦੇਵ। ਪ੍ਰਭ ਮਹਿ ਮੋਹ ਮੈਂ ਤਾਸ ਮਹਿ, ਰੰਚਕ ਨਾਹਿਨ ਭੇਵ। ਸ੍ਰੀ ਸਰਬਲੋਹ ਗ੍ਰੰਥ। ਇਹ ਬਚਨ ਕਰਤਾਰ ਸਿੰਘ ਔਲਖ, ਨੰਬਰਦਾਰ ਕਲੇਰਾਂ ਤੋਂ ਮਿਲਿਆ। ਮਨ ਓਏ ਦਿਨਸ ਧਨ ਪਰਵਾਨਾ। ਇਸੇ ਸਮੇਂ ਹੀ ਕਲੇਰਾਂ ਨਗਰ ਤੋਂ ਦੋ ਪ੍ਰੇਮੀ ਪੈਦਲ ਚੱਲ ਕੇ ਦਰਸ਼ਨ ਕਰਨ ਆਏ। ਇੱਕ ਤਾਂ ਕਿਹਰ ਸਿੰਘ ਔਲਖ, ਦੂਸਰਾ ਸਰਦਾਰ ਦਲੀਪ ਸਿੰਘ ਔਲਖ। ਹਜੂਰ ਨੇ ਆਪਣੀ ਮਰਿਆਦਾ ਅਨੁਸਾਰ ਸਭ ਕੁਝ ਪੁੱਛਿਆ ਅਤੇ ਲਿਖਾਇਆ। ਰਹਿਰਾਸ ਸਾਹਿਬ ਦੇ ਸਮੇਂ ਕਿਹਰ ਸਿੰਘ ਔਲਖ ਨੂੰ ਚਰਨ ਘੁੱਟਣ ਦੀ ਸੇਵਾ ਮਿਲ ਗਈ। ਇੱਕ ਹੋਰ ਪ੍ਰੇਮੀ ਉਸੇ ਸਮੇਂ ਹਾਜ਼ਰ ਸੀ। ਉਸ ਨੇ ਬਿਨਾਂ ਹੁਕਮ ਤੋਂ ਚਰਨਾਂ ਨੂੰ ਹੱਥ ਲਾ ਦਿੱਤਾ, ਉਸ ਨੂੰ ਰੋਕ ਦਿੱਤਾ। ਉਪਰੰਤ ਉਸ ਨੇ ਭੁੱਲ ਮੰਨ ਲਈ ਅਤੇ ਫਿਰ ਮਾਫ਼ ਕਰ ਦਿੱਤਾ। ਰਾਤ ਨੂੰ ਇੱਕ ਸਧਾਰਨ ਬਚਨ ਧਾਰਨਾ ਦੇ ਰੂਪ ਵਿੱਚ ਕਈ ਵਾਰ ਪੜ੍ਹਿਆ। ਜਿੰਦੇ ਤੇਰਾ ਨਾਲਿਆਂ ਦਾ ਵਕਤ ਵਿਹਾਣਾ, ਇੱਕੋ ਤੰਦ ਕਵਲੜਾ ਪੈ ਗਿਆ, ਸੋ ਦਾਤੇ ਨਹੀਂ ਭਾਣਾ। ਜਿੰਦੇ ਤੇਰਾ ਨਾਲਿਆਂ ਦਾ ਵਕਤ ਵਿਹਾਣਾ। ਅਗਲੇ ਦਿਨ ਦੁੱਧ ਛਕਣ ਉਪਰੰਤ ਜਿਨ੍ਹਾਂ ਸੇਵਕਾਂ ਨੂੰ ਸੀਤ ਪ੍ਰਸ਼ਾਦ ਦਿੰਦੇ ਸਨ, ਉਹਨਾਂ ਦੇ ਨਾਲ ਕਿਹਰ ਸਿੰਘ ਔਲਖ ਨੂੰ ਵੀ ਮਿਲ ਗਿਆ। ਇੱਕ ਸੇਵਕ ਉਸ ਵੇਲੇ ਰੋ ਰੋ ਕੇ ਬੇਨਤੀਆਂ ਕਰ ਰਿਹਾ ਸੀ, ਜੀ ਮੈਂ 6 ਮਹੀਨੇ ਤੋਂ ਵਾਰੀ ਉਡੀਕ ਰਿਹਾ ਹਾਂ, ਤਾਂ ਅੱਗੋਂ ਬਚਨ ਕੀਤਾ। ਇਹ ਤਾਂ ਮਹਾਂਪੁਰਖਾਂ ਦੇ ਸੇਵਕ ਹਨ, ਤੂੰ ਤਾਂ ਹੁਣ 6 ਮਹੀਨੇ ਲਾਏ ਹਨ, ਇਹ ਤੇਥੋਂ ਪਹਿਲਾਂ ਲਾ ਚੁੱਕੇ ਹਨ। ਅਗਲੇ ਦਿਨ ਤੁਰਨ ਸਮੇਂ ਭਵਿੱਖਤ ਬਚਨ ਕੀਤਾ, ਰਾਹੋਂ ਕੁਰਾਹ ਭੋਏ ਤੋਂ ਕੁਭੋਏ। ਇਹ ਬਚਨ ਕਿਹਰ ਸਿੰਘ ਦੇ ਅਨੁਸਾਰ ਜ਼ਮੀਨ ਦੀ ਮੁਰੱਬੇਬੰਦੀ ਨਾਲ ਸਨ। ਬਚਨ ਕੀਤਾ, ਮਹਾਂਪੁਰਖਾਂ ਦੀ ਸੰਗਤ ਨਹੀਂ ਛੱਡਣੀ। ਕਬੀਰ ਸੰਗਤ ਕਰੀਏ ਸਾਧ ਕੀ, ਅੰਤ ਕਰੇ ਨਿਰਬਾਹ।
ਸਾਕਤ ਸੰਗ ਨ ਕੀਜੀਐ ਜਾਂ ਤੇ ਹੋਏ ਬਿਨਾਹ। ਸ਼ਲੋਕ ਭਗਤ ਕਬੀਰ ਜੀਓ ਕੇ। ਅਤੇ ਦਲੀਪ ਸਿੰਘ ਔਲਖ ਨੂੰ 4 ਬਚਨ ਸਿੱਖਿਆ ਦੇ ਰੂਪ ਵਿੱਚ ਸੁਣਾਏ। ਅਕੇਲੇ ਨਾ ਤੁਰੀਏ ਵਾਟ, ਝਾੜ ਕੇ ਸੋਈਏ ਖਾਟ। ਜੀਵਨ ਮੋਹਤ ਨ ਕੋਏ, ਧੀਰਜ ਕੀਤੇ ਸਭ ਕੁਝ ਹੋਏ। ਸਿਮਰਨ ਬਿਨਾ ਜੀਵ ਇਕੱਲਾ ਹੈ, ਜਹ ਮਾਤ ਪਿਤਾ ਸੁਤ ਮੀਤ ਨ ਭਾਈ। ਮਨ ਊਹਾ ਨਾਮ ਤੇਰੇ ਸੰਗ ਸਹਾਈ। ਮਨ ਕੀ ਪੱਤਰੀ ਵਾਚਣੀ, ਸੁਖੀ ਹੂੰ ਸੁਖ ਸਾਰ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਝੰਝਾ ਨਿਗ੍ਰਹਿ ਸਨੇਹ ਕਰ, ਨਿਰਵਾਰੋ ਸੰਦੇਹ। ਨਾਹੀ ਦੇਖ ਨ ਭਾਜੀਐ, ਪਰਮ ਸਿਆਣਪ ਇਹ ਪ੍ਰਸੰਗ ਕਿਹਰ ਸਿੰਘ ਗਿਆਨੀ ਔਲਖ ਪਾਸੋਂ ਮਿਲਿਆ। ਸ੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।